प्यारे विद्यार्थियों, अज असीं कहानी वहंगी दा अगला हिस्सा पढ़ांगे। पिछली जमात दे विच असीं पढ़िया सी कि जो देस राज है ਉਹ जो है शहर दे विच एक भीड़ दे विचकार डिग्गिया पिया सी ते लोग ਉਹਦੇ आले दुआले इकट्ठे होए होए सन। ते इस तरह जो लोग तरह तरह ਦੀਆਂ ਗੱਲਾਂ कर रहे सन। कोई कह रहा ਸੀ ਇਹ शराबी है, कोई कह रहा ਸੀ अफीमची है, नशा किया है इसने। ਤਾਂ ਜਦੋਂ ਲੇਖਕ ਨੂੰ पता चलता है, ਅੱਗੇ ਹੋ ਕੇ ਉਹ ਵੇਖਦਾ ਹੈ ਤਾਂ ਉਸਦੇ ਮਾਸੜ ਜੀ ਸਨ ਤਾਂ ਉਸਦਾ ਜੋ ਹੈ ਇੱਕਦਮ ਉਹਦੀ ਸੁੱਧ ਬੁੱਧ ਗਵਾਚ ਗਈ। ਉਸਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਜਾਂਦਾ ਹੈ ਕਿ ਇਹ ਇੱਕ ਇੰਨਾ ਮਹਾਨ ਆਜ਼ਾਦੀ ਘੁਲਾਟੀਆ ਅੱਜ ਕਿਸ ਤਰੀਕੇ ਦੇ ਨਾਲ ਇੱਥੇ ਪਿਆ ਹੋਇਆ ਹੈ। ਤਾਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਅਤੇ ਪਰ ਬਾਅਦ ਵਿੱਚ ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਉਹ ਹੁਣ ਨਹੀਂ ਰਹੇ। ਅਤੇ ਇਸ ਤੋਂ ਬਾਅਦ ਜੋ ਹੈ ਲੇਖਕ ਸਾਰੀ ਕਹਾਣੀ ਜੋ ਹੈ ਦੱਸਦਾ ਹੈ ਕਿ ਕਿਸ ਤਰ੍ਹਾਂ ਜੋ ਦੇਸਰਾਜ ਤੋਂ ਦੇਸਰਾਜ ਸਿੰਘ ਬਣੇ ਅਤੇ ਉਹਨਾਂ ਦਾ ਜੋ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸੀ ਕਿਸ ਤਰ੍ਹਾਂ ਦਾ ਰਿਹਾ। ਅਤੇ ਇਹ ਸਭ ਕੁਛ ਅਸੀਂ ਜੋ ਹੈ ਪਿਛਲੀ ਕਹਾਣੀ ਦੇ ਵਿੱਚ ਪਿਛਲੀ ਕਲਾਸ ਦੇ ਵਿੱਚ ਅਸੀਂ ਪੜ੍ਹਿਆ ਸੀ। ਅਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ। ਅਸੀਂ ਪੜ੍ਹਿਆ ਸੀ ਕਿ ਜੋ ਹੈ ਮਾਸੀ ਦੇ ਘਰ ਹੁਣ ਇੱਕ ਪੁੱਤਰ ਨੇ ਜਨਮ ਲੈ ਲਿਆ ਸੀ ਅਤੇ ਹੁਣ ਮਾਸੀ ਦੀ ਜੋ ਕਦਰ ਹੈ, ਉਸ ਦੀ ਇੱਜ਼ਤ ਹੈ, ਬਹੁਤ ਜ਼ਿਆਦਾ ਵੱਧ ਗਈ ਸੀ। ਅਤੇ ਹੁਣ ਅੱਗੇ ਆਪਾਂ ਪੜ੍ਹਦੇ ਹਾਂ। ਕਹਿੰਦੇ ਹਾਲੀ ਤਾਂ ਮੁੰਡੇ ਦੀਆਂ ਸਾਰੀਆਂ ਸੁੱਖਣਾ ਪੂਰੀਆਂ ਵੀ ਨਹੀਂ ਸੀ ਕੀਤੀਆਂ ਕਿ ਮੁਲਕ ਵਿੱਚ ਹਫੜਾ ਦਫੜੀ ਮੱਚ ਗਈ। ਭਰਾਵਾਂ ਵਾਂਗ ਰਹਿੰਦੇ ਲੋਕਾਂ ਨੇ ਚਾਕੂ, ਕਿਰਪਾਨਾਂ, ਬੰਦੂਕਾਂ ਚੁੱਕ ਲਈਆਂ। ਧਰਤੀ ਵੰਡੀ ਗਈ, ਇੱਕ ਹਿੱਸਾ ਮੁਸਲਮਾਨਾਂ ਦਾ ਅਤੇ ਇੱਕ ਹਿੱਸਾ ਹਿੰਦੂ ਦਾ। ਆਜ਼ਾਦੀ ਦੀ ਜਦੋ ਜਹਿਦ ਕਰਦੇ ਤਾਂ ਕਿਸੇ ਧਰਮ ਬਾਰੇ ਨਹੀਂ ਸੀ ਸੋਚਿਆ, ਸਾਰੇ ਇਕੱਠੇ ਸਨ। ਧਰਤੀ ਦਾ ਵੀ ਮਜ਼ਹਬ ਬਦਲਿਆ, ਲੋਕਾਂ ਨੇ ਤਾਂ ਗੈਰਾਂ ਤੋਂ ਆਜ਼ਾਦੀ ਮੰਗੀ ਸੀ। ਦੇਸਰਾਜ ਸਿੰਘ ਵੀ ਇਹੋ ਹੀ ਸੋਚਦੇ ਰਹੇ, ਕਹਿੰਦੇ ਰਹੇ ਧਰਤੀ ਤਾਂ ਮਾਂ ਹੈ, ਧਰਤੀ ਕਿਵੇਂ ਬਦਲੀ ਜਾਂਦੀ ਹੈ। ਘਰ-ਬਾਰ ਛੱਡ ਕੇ ਕੋਈ ਕਿੱਥੇ ਜਾ ਸਕਦਾ ਹੈ। ਪੀੜ੍ਹੀਆਂ ਦਰ ਪੀੜ੍ਹੀਆਂ ਵਸਦੇ ਲੋਕ ਭਰੇ ਭਰਾਏ ਘਰ, ਕਾਰੋਬਾਰ, ਸ਼ਹਿਰ, ਦੇਸ਼, ਗਲੀਆਂ, ਆਪਣੇ ਲੋਕ, ਆਪਣੇ ਦੋਸਤ ਕਿਵੇਂ ਪਰਾਏ ਹੋ ਗਏ ਨੇ। ਸਭ ਕੁਝ ਛੱਡ ਕੇ ਜਾਣਾ ਵੀ ਕਿੱਥੇ ਹੈ। ਨਾ ਕੋਈ ਟਿਕਾਣਾ, ਨਾ ਆਸਰਾ। ਘਰੋਂ ਬੇਘਰ ਹੋਣ ਲਈ ਤਾਂ ਆਜ਼ਾਦੀ ਨਹੀਂ ਸੀ ਮੰਗੀ, ਕੁਰਬਾਨੀਆਂ ਨਹੀਂ ਸੀ ਦਿੱਤੀਆਂ, ਪਰ ਕੌਣ ਸੁਣਦਾ ਸੀ ਉਹਨਾਂ ਦੀ ਗੱਲ। ਕਹਿ ਰਿਹਾ ਹੈ ਲੇਖਕ ਕਿ ਜਿਸ ਸਮੇਂ ਪਹਿਲੇ ਮੁੰਡੇ ਨੇ ਜਨਮ ਲਿਆ ਅਤੇ ਹਜੇ ਤਾਂ ਕਹਿੰਦੇ ਉਹਨਾਂ ਨੇ ਪੂਰੀਆਂ ਮੁੰਡੇ ਦੀਆਂ ਜੋ ਸੁੱਖਣਾ ਸਨ ਉਹ ਹੀ ਨਹੀਂ ਲਾਈਆਂ ਸਨ। ਅਤੇ ਜੋ ਹੈ ਇਹ ਆਜ਼ਾਦੀ ਦੀ ਜਿਹੜੀ ਲੜਾਈ ਸੀਗੀ 1947 ਦੀ ਦੇਸ਼ ਦੀ ਵੰਡ ਦੀ, ਉਹ ਸ਼ੁਰੂ ਹੋ ਗਈ ਅਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕਾਂ ਨੂੰ ਘਰ-ਬਾਰ ਛੱਡ ਕੇ ਭੱਜਣਾ ਪਿਆ। ਅਤੇ ਹੁਣ ਅਜਿਹੀ ਸਥਿਤੀ ਵਿੱਚ ਦੇਸਰਾਜ ਕੀ ਸੋਚਦਾ ਹੈ ਕਿ ਇਹ ਜੋ ਅਸੀਂ ਕੁਰਬਾਨੀਆਂ ਕੀਤੀਆਂ ਹਨ ਇਹ ਇਸ ਲਈ ਨਹੀਂ ਕੀਤੀਆਂ ਸਨ ਕਿ ਅਸੀਂ ਘਰ-ਬਾਰ ਛੱਡ ਕੇ ਜੋ ਹੈ ਸਾਨੂੰ ਹੋਰ ਕਿਤੇ ਜਾਣਾ ਪਵੇ ਜਾਂ ਅਸੀਂ ਆਪਣੀ ਧਰਤੀ ਵੰਡ ਲਈਏ। ਕਹਿੰਦਾ ਅੰਗਰੇਜ਼ਾਂ ਤੋਂ ਗੈਰਾਂ ਤੋਂ ਆਜ਼ਾਦ ਹੋਣ ਵਾਸਤੇ ਉਹਨਾਂ ਨੇ ਲੜਾਈ ਲੜੀ ਸੀ, ਆਪਣਾ ਦੇਸ਼ ਛੱਡਣ ਵਾਸਤੇ ਇਹ ਲੜਾਈਆਂ ਉਹਨਾਂ ਨੇ ਨਹੀਂ ਲੜੀਆਂ ਸਨ। ਪਰ ਕਹਿੰਦਾ ਹੁਣ ਉਸ ਦੀ ਗੱਲ ਕੋਈ ਵੀ ਨਹੀਂ ਸੁਣ ਰਿਹਾ ਸੀ। ਸਾਰੇ ਸ਼ਹਿਰ ਵਿੱਚ ਤਾਂ ਅੱਗ ਲੱਗੀ ਹੋਈ ਸੀ, ਲੁੱਟ ਮਾਰ ਮਚੀ ਹੋਈ ਸੀ, ਧਰਤੀ ਲਹੂ ਨਾਲ ਲਾਲ ਹੋ ਗਈ। ਦੇਸਰਾਜ ਸਿੰਘ ਨੂੰ ਵੀ ਗੁਆਂਢੀ ਪਠਾਨ ਨੇ ਆਪਣੀ ਦੁਕਾਨ ਵਿੱਚ ਛੁਪਾ ਲਿਆ। ਤਖਤਿਆਂ ਦੀਆਂ ਵਿੱਥਾਂ ਵਿੱਚੋਂ ਉਹਨੇ ਆਪਣੀ ਦੁਕਾਨ ਲੁਟੀਂਦੀ ਆਪ ਵੇਖਦੇ ਸੋਚਿਆ ਸੀ ਕਿ ਇਹ ਕਿਹੋ ਜਿਹੀ ਆਜ਼ਾਦੀ ਹੈ। ਮਤਲਬ ਕਿ ਜਦੋਂ ਉਹ ਲੋਕ ਆਜ਼ਾਦੀ ਲਈ ਲੜਾਈਆਂ ਕਰ ਰਹੇ ਸਨ, ਕੁਰਬਾਨੀਆਂ ਕਰ ਰਹੇ ਹਨ, ਸੰਘਰਸ਼ ਕਰ ਰਹੇ ਸਨ, ਤਾਂ ਕਹਿੰਦੇ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਇਸ ਆਜ਼ਾਦੀ ਲਈ ਉਹਨਾਂ ਨੂੰ ਇਹੋ ਜਿਹੀਆਂ ਜੋ ਹੈ ਕੀਮਤਾਂ ਚੁਕਾਉਣੀਆਂ ਪੈਣਗੀਆਂ ਕਿ ਉਹਨਾਂ ਨੇ ਇੰਨੇ ਜੋ ਹੈ ਆਪਣੀ ਮਿਹਨਤ ਦਾ ਬਣਾਈਆਂ ਹੋਈਆਂ ਦੁਕਾਨਾਂ ਦੇਸਰਾਜ ਸਿੰਘ ਨੇ ਆਪਣੇ ਅੱਖੀਂ ਲੁੱਟੀ ਜਾਂਦੀ ਵੇਖੀ। ਅਤੇ ਉਹਨਾਂ ਦੀ ਜਾਨ ਵੀ ਬੜੀ ਮੁਸ਼ਕਿਲ ਦੇ ਨਾਲ ਪਠਾਨ ਨੇ ਆਪਣੇ ਘਰ ਵਿੱਚ
ਲੁਕਾ ਕੇ ਬਚਾਈ ਸੀ। ਉਸ ਪਠਾਨ ਗੁਆਂਢੀ ਨੇ ਅੱਧੀ ਰਾਤ ਉਹਨਾਂ ਦਾ ਬੂਹਾ ਖੜਕਾਇਆ ਸੀ। ਇੱਥੋਂ ਨਿਕਲ ਜਾ ਸਰਦਾਰਾ, ਨਿੱਕਾ ਨਿੱਕਾ ਟੱਬਰ ਢੀਰ ਹੈ ਤੇਰਾ, ਉੱਠ ਚੁੱਕ ਜੋ ਚੁੱਕ ਸਕਨੇ, ਫਰੰਟੀਅਰ ਮੇਲ ਨੂੰ ਹਾਲੀ 2 ਘੰਟੇ ਬਾਕੀ ਨੇ, ਚੱਲ ਤੈਨੂੰ ਸਟੇਸ਼ਨ ਛੋੜ ਆਵਾਂ। ਮਤਲਬ ਜੋ ਫਰੰਟੀਅਰ ਮੇਲ ਸੀ ਟ੍ਰੇਨ, ਉਹਦੇ ਰਾਹੀਂ ਬੈਠ ਕੇ ਉਹਨਾਂ ਨੇ ਇੱਧਰ ਵਾਲੇ ਪੰਜਾਬ ਆਉਣਾ ਸੀ। ਅਤੇ ਉਹ ਪਠਾਨ ਉਹਨਾਂ ਨੂੰ ਕਹਿੰਦਾ ਹੈ ਕਿ ਆਪਣਾ ਜੋ ਸਮਾਨ ਤੁਸੀਂ ਚੱਕ ਸਕਦੇ ਹੋ ਚੱਕ ਲਓ, ਔਰ ਕਿਉਂਕਿ ਤੁਹਾਡੇ ਛੋਟੇ ਛੋਟੇ ਬੱਚੇ ਹਨ ਅਤੇ ਇਸ ਕਰਕੇ ਤੁਸੀਂ ਹਾਲੇ 2 ਘੰਟੇ ਰਹਿੰਦੇ ਹਨ ਟ੍ਰੇਨ ਆਉਣ 'ਚ, ਅਤੇ ਤੁਸੀਂ ਆਪਣਾ ਸਮਾਨ ਚੱਕੋ ਅਤੇ ਮੈਂ ਤੁਹਾਨੂੰ ਉੱਥੇ ਛੱਡ ਆਉਂਦਾ ਹਾਂ। ਹਫੜਾ ਦਫੜੀ ਵਿੱਚ ਕੀ ਚੁੱਕਦੇ ਘਰੋਂ? ਮਾਸੀ ਨੇ ਗਹਿਣਿਆਂ ਦੀ ਪੋਟਲੀ ਢਿੱਡ ਨਾਲ ਬੰਨ੍ਹ ਲਈ। ਮਾਸੀ ਤਾਂ ਵੈਸੇ ਵੀ ਨਿਢਾਲ ਸੀ। ਪੁੱਤਰਾਂ ਦੀ ਜੋੜੀ ਲਈ ਉਸ ਅਰਦਾਸਾਂ ਕੀਤੀਆਂ ਸਨ ਅਤੇ ਹੁਣ ਪੂਰੇ ਦਿਨ ਸਨ। ਇਸ ਹਾਲਤ ਵਿੱਚ ਨਿੱਕੀਆਂ ਨਿੱਕੀਆਂ 5 ਬੱਚੀਆਂ, ਕੁੱਛੜ ਮੁੰਡਾ ਕਿੱਥੇ ਜਾਣ? ਭਾਵ ਕਿ ਇੱਕ ਪੁੱਤਰ ਤਾਂ ਉਸਦਾ ਹੋ ਗਿਆ ਸੀ, ਕਿਉਂਕਿ ਉਸਨੇ ਪਰਮਾਤਮਾ ਅੱਗੇ ਹੀ ਅਰਦਾਸ ਕੀਤੀ ਸੀ ਕਿ ਉਸਦੇ 2 ਪੁੱਤਰ ਹੋਣ, ਅਤੇ ਇੱਕ ਦੂਸਰਾ ਜੋ ਹੈ ਉਸਦਾ ਬੇਟਾ ਹੋਣ ਵਾਲਾ ਸੀ, ਅਤੇ 5 ਉਸਦੀਆਂ ਛੋਟੀਆਂ ਕੁੜੀਆਂ ਸਨ। ਕਹਿੰਦਾ ਇੰਨੇ ਸਾਰੇ ਬੱਚਿਆਂ ਨੂੰ ਲੈ ਕੇ ਹੁਣ ਉਹ ਕਿੱਧਰ ਜਾਣ ਅਤੇ ਕੀ ਸਮਾਨ ਚੁੱਕ ਸਕਦੇ ਸਨ, ਅਤੇ ਉਸਨੇ ਸਿਰਫ ਇੱਕ ਗਹਿਣਿਆਂ ਦੇ ਨਾਲ ਭਰੀ ਹੋਈ ਪੋਟਲੀ ਜੋ ਹੈ ਉਹ ਚੱਕ ਲਈ ਸੀ। ਉਹ ਗੁਜਰਾਂਵਾਲੇ ਕੈਂਪ ਵਿੱਚ ਪਹੁੰਚਾਏ ਗਏ। ਕੈਂਪ ਵਿੱਚ ਮਾਸੀ ਦਾ ਦੂਜਾ ਪੁੱਤਰ ਜੰਮਿਆ ਤਾਂ ਉਹ ਅੰਤਾਂ ਦੀ ਰੋਈ ਸੀ। ਭੱਜੇ ਟੁੱਟੇ ਫਾਲਤੂ ਸਮਾਨ ਵਾਂਗ ਮਿਲਟਰੀ ਟਰੱਕਾਂ ਵਿੱਚ ਪਸ਼ੂਆਂ ਵਾਂਗ ਲੱਦੇ ਕੰਡਿਆਲੀ ਵਾਰਡ ਤੋਂ ਪਾਰ ਗਏ। ਦੇਖੋ, ਗੁਜਰਾਂਵਾਲੇ ਕੈਂਪ ਦੇ ਵਿੱਚ ਸਾਰੇ ਜਿਹੜੇ ਇੱਧਰ ਪੰਜਾਬ ਆਉਣ ਵਾਲੇ ਉਹ ਪਹੁੰਚਾ ਦਿੱਤੇ ਗਏ ਸਨ ਲੋਕ, ਔਰ ਉੱਥੇ ਉਸੇ ਕੈਂਪ ਵਿੱਚ ਉਸਦੇ ਦੂਸਰੇ ਪੁੱਤਰ ਨੇ ਜਨਮ ਲਿਆ, ਅਤੇ ਕਹਿੰਦੇ ਉਹ ਬੜੀ ਰੋਈ ਸੀ ਕਿਉਂਕਿ ਜੋ ਹੈ ਹਾਲਾਤ ਹੀ ਕੁਝ ਇਹੋ ਜਿਹੇ ਸਨ। ਕਿਉਂਕਿ ਕਹਿੰਦੇ ਸਮਾਨ ਭੱਜੇ ਟੁੱਟੇ ਫਾਲਤੂ ਸਮਾਨ ਵਾਂਗ, ਜਿਸ ਤਰ੍ਹਾਂ ਅਸੀਂ ਇੱਕ ਫਾਲਤੂ ਸਮਾਨ ਜੋ ਹੈ ਉਹ ਮਤਲਬ ਟਰੱਕਾਂ ਦੇ ਵਿੱਚ ਭਰ ਦਿੰਦੇ ਹਾਂ, ਉਸੇ ਤਰ੍ਹਾਂ ਇਹ ਲੋਕ ਵਿਚਾਰੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਇਸ ਤਰੀਕੇ ਦੇ ਨਾਲ ਉਹ ਟਰੱਕਾਂ ਦੇ ਵਿੱਚ ਭਰੇ ਹੋਏ ਸਨ, ਜਿਸ ਤਰ੍ਹਾਂ ਪਸ਼ੂ ਲੱਦੇ ਹੋਣ, ਅਤੇ ਕੰਡਿਆਲੀ ਵਾਰਡ ਤੋਂ ਪਾਰ ਆ ਗਏ, ਮਤਲਬ ਕਿ ਆਪਣੇ ਇੱਧਰ ਵਾਲੇ ਪੰਜਾਬ ਆ ਗਏ। ਕੈਂਪ ਵਿੱਚ ਮਾਸਟਰ ਦੇਸਰਾਜ ਸਿੰਘ ਨੇ ਲੰਗਰ ਦੀ ਰੋਟੀ ਦੀ ਇੱਕ ਗਰਾਹੀ ਵੀ ਨਾ ਭੰਨੀ। ਉੱਜੜ ਪੁੱਜੜ ਕੇ ਪਹਿਲਾਂ ਬੇਘਰ ਬਣੇ, ਹੁਣ ਲੋਕਾਂ ਦੇ ਦਾਨ ਨਾਲ ਢਿੱਡ ਭਰਾਂ, ਖਰਾਇਤ ਖਾਵਾਂ, ਦਾਨ ਲਵਾਂ, ਕਿਉਂ? ਇਸ ਦਿਨ ਵਾਸਤੇ ਹੰਟਰਾਂ ਅਤੇ ਲਾਠੀਆਂ ਦੀ ਮਾਰ ਖਾਧੀ ਆਹੀ। ਮਰ ਜਾਣ ਸਾਰੇ ਭੁੱਖੇ, ਮੈਂ ਤੇ ਆਪਣੇ ਘਰ ਜਾਸਾਂ, ਸਰਕਾਰਾਂ ਬਦਲਦੀਆਂ ਰਹੀਆਂ ਨੇ। ਮਤਲਬ ਕਿ ਜਦੋਂ ਹੁਣ ਦੇਸ਼ ਰਾਜ ਇੱਧਰ ਆ ਜਾਂਦਾ ਹੈ ਤਾਂ ਉਹ ਕਹਿੰਦਾ ਜੋ ਕੈਂਪ ਲੱਗਾ ਹੋਇਆ ਹੈ, ਕਹਿੰਦਾ ਉੱਥੋਂ ਦੀ ਉਸਨੇ ਰੋਟੀ ਦੀ ਇੱਕ ਬੁਰਕੀ ਵੀ ਨਹੀਂ ਲਈ, ਕਿਉਂਕਿ ਉਸਦੇ ਮਨ ਵਿੱਚ ਇਹ ਇੱਕ ਬਹੁਤ ਹੀ ਸ਼ਿਕਵਾ ਸੀ, ਗਿਲਾ ਸੀ ਕਿ ਇੰਨੀਆਂ ਅਸੀਂ ਲੜਾਈਆਂ ਲੜੀਆਂ, ਇੰਨੇ ਹੰਟਰ ਖਾਧੇ, ਕਹਿੰਦਾ ਇਸ ਵਾਸਤੇ ਨਹੀਂ ਖਾਧੇ ਸੀ ਕਿ ਅਸੀਂ ਇਸ ਤਰ੍ਹਾਂ ਜੋ ਹੈ ਕੈਂਪਾਂ ਦੇ ਵਿੱਚ ਬਹਿ ਕੇ ਰੋਟੀ ਖਾਈਏ, ਦਾਨ ਲਈਏ। ਕਹਿੰਦਾ ਇਹ ਸਭ ਕੁਝ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਦੇਸ਼ਰਾਜ ਸਿੰਘ ਘਰ ਤਾਂ ਨਾ ਪਰਤੇ, ਪਰ ਮਾਸੀ ਦੇ ਗਹਿਣਿਆਂ ਦੀ ਪੋਟਲੀ ਹਲਕੀ ਹੁੰਦੀ ਗਈ। ਕਹਿੰਦਾ ਮੈਂ ਤਾਂ ਹੁਣ ਸੋਚ ਰਿਹਾ ਸੀ ਕਿ ਸ਼ਾਇਦ ਮੈਂ ਆਪਣੇ ਘਰ ਵਾਪਸ ਚਲਾ ਜਾਵਾਂ, ਪਰ ਅਜਿਹਾ ਨਹੀਂ ਹੋ ਸਕਿਆ। ਅਤੇ ਕਹਿੰਦਾ ਘਰ ਤਾਂ ਨਹੀਂ ਜਾ ਸਕੇ, ਪਰ ਜਿਹੜੀ ਮਾਸੀ ਦੇ ਗਹਿਣਿਆਂ ਦੀ ਪੋਟਲੀ ਸੀ ਉਹ ਹਲਕੀ ਹੁੰਦੀ ਗਈ, ਭਾਵ ਕਿ ਉਹ ਗਹਿਣੇ ਹੌਲੀ ਹੌਲੀ ਵੇਚ ਕੇ ਕੱਢ ਕੇ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਰਹਿੰਦੇ ਸੀ। ਛਾਬੇ ਤੋਂ ਪਟੜੀ ਇੱਕ ਸ਼ਹਿਰ, ਪਟੜੀ ਤੋਂ ਦੁਕਾਨ ਦੂਜੇ ਸ਼ਹਿਰ, ਨਾ ਕੰਮ ਚੱਲਿਆ ਨਾ ਕਿਸੇ ਥਾਂ ਦਿਲ ਟਿਕਿਆ। ਹੋਰ ਤਰ੍ਹਾਂ ਦੇ ਲੋਕ, ਹੋਰ ਹੀ ਬੋਲੀ, ਨਾ ਕਿਸੇ ਦੀ ਜ਼ਬਾਨ ਦਾ ਇਤਬਾਰ, ਨਾ ਲੈਣ ਦੇਣ ਦਾ ਵਿਹਾਰ। ਆਦਮੀ ਆਪਣੀ ਧਰਤੀ ਤੋਂ ਉਖੜ ਕੇ ਨਕਾਰਾ ਹੋ ਜਾਂਦਾ ਹੈ, ਉਹ ਛਿੱਥੇ ਪੈਂਦੇ ਰਹਿੰਦੇ। ਮਤਲਬ ਕਿ ਜੋ ਹੈ ਜਦੋਂ ਹੁਣ ਆਪਣੀ ਧਰਤੀ ਛੱਡ ਕੇ ਉਸਨੂੰ ਇੱਧਰ ਆਉਣਾ ਪਿਆ ਤਾਂ ਉਸਨੂੰ ਸਭ ਕੁਝ ਜੋ ਹੈ ਬਿਲਕੁਲ ਹੀ ਅਣਜਾਣ ਜਾਪ ਰਿਹਾ ਸੀ, ਬਿਲਕੁਲ ਬੇਗਾਨਾ ਜਾਪ ਰਿਹਾ ਸੀ, ਅਤੇ ਨਾ ਤਾਂ ਉਸਦਾ ਕੋਈ ਕੰਮ ਕਾਰੋਬਾਰ ਚੱਲ ਰਿਹਾ ਸੀ ਅਤੇ ਨਾ ਹੀ ਉਸਦਾ ਕਿਸੇ ਲੋਕਾਂ ਦੇ ਨਾਲ ਮਨ ਜੋ ਹੈ ਮਿਲ ਰਿਹਾ ਸੀ। ਕਹਿੰਦੇ ਜਦੋਂ ਕਾਰ ਵਿਹਾਰ ਲੱਭਦੇ ਦੇਹਰਾਦੂਨ ਪਹੁੰਚੇ ਤਾਂ ਮਨ ਥੋੜ੍ਹਾ ਜਿਹਾ ਪਰਚਿਆ। ਇੱਥੋਂ ਦਾ ਪਾਣੀ ਮਿੱਠਾ ਇਹ ਨਾ ਪਿਸ਼ੋਰ ਆਂਗਰ। ਬੰਦਾ ਜਿੱਥੇ ਪਾਣੀ ਵੀ ਨਾ ਰੱਜ ਕੇ ਪੀ ਸਕੇ,
ਜ਼ਰੇ ਹੀ ਨਾ ਮਿਟੇ, ਉੱਥੇ ਖਾਕ ਰਹਿਣਾ ਹੋਇਆ। ਕਾਰ ਵਿਹਾਰ ਵੀ ਚੱਲ ਪਿਆ ਅਤੇ ਮਾਸੀ ਦੇ ਗਹਿਣਿਆਂ ਦੀ ਗੰਢੜੀ ਨੂੰ ਠੱਲ ਪੈ ਗਈ। ਭਾਵ ਕਿ ਹੁਣ ਦੇਹਰਾਦੂਨ ਆ ਕੇ ਉਹਨਾਂ ਦਾ ਥੋੜ੍ਹਾ ਜਿਹਾ ਜੋ ਕੰਮ ਹੈ ਉਹ ਠੀਕ ਹੋ ਗਿਆ ਸੀ, ਚੱਲਣ ਲੱਗ ਪਿਆ ਸੀ। ਅਤੇ ਹੁਣ ਜੋ ਹੈ ਉਹਨਾਂ ਨੇ ਗਹਿਣੇ ਵੇਚਣੇ ਬੰਦ ਕਰ ਦਿੱਤੇ ਸਨ, ਤਾਂ ਭਾਵ ਕਿ ਗਹਿਣਿਆਂ ਨੂੰ ਠੱਲ ਪੈ ਗਈ ਸੀ। ਉਹ ਗਹਿਣੇ ਜਿਹੜੇ ਆ ਹੁਣ ਐਜ਼ ਇਟ ਇਜ਼ ਉਹਨਾਂ ਕੋਲ ਪਏ ਸਨ। ਸਮੇਂ ਦੇ ਚੱਕਰ ਨਾਲ ਕੁੜੀਆਂ ਸਿਰ ਕੱਢ ਲਏ, ਨਾ ਪੜ੍ਹਾਈਆਂ ਨਾ ਪੜ੍ਹੀਆਂ ਨਾ ਪੜ੍ਹਾਈਆਂ। ਰੋਟੀ ਪਕਾਉਣੀ ਸਿਖਾ ਇਹਨਾਂ ਨੂੰ, ਇਹਨਾਂ ਚੁੱਲ੍ਹਾ ਚੌਂਕਾ ਹੀ ਸਾਂਭਣੇ, ਮਾਸਟਰ ਜੀ ਕਹਿੰਦੇ। ਅਤੇ ਇੱਕ ਤੋਂ ਬਾਅਦ ਦੂਜੀ ਉੱਤੋਂ ਤਿੜੀ ਹੀ ਵਿਆਹ ਛੱਡੀਆਂ। ਭਾਵ ਕਿ ਜੋ 5 ਕੁੜੀਆਂ ਸਨ ਮਾਸਟਰ ਦੀਆਂ, ਦੇਸਰਾਜ ਸਿੰਘ ਦੀਆਂ, ਉਹਨਾਂ ਨੂੰ ਉਹਨਾਂ ਨੇ ਕੋਈ ਸਿੱਖਿਆ ਨਹੀਂ ਦਿੱਤੀ, ਸਕੂਲ ਨਹੀਂ ਭੇਜਿਆ, ਕਿਉਂਕਿ ਦੇਸਰਾਜ ਦਾ ਮੰਨਣਾ ਸੀ ਕਿ ਇਹਨਾਂ ਨੇ ਗਾਂਹ ਜਾ ਕੇ ਚੁੱਲ੍ਹਾ ਚੌਂਕਾ ਹੀ ਸਾਂਭਣਾ ਹੈ। ਇਸ ਕਰਕੇ ਇਹਨਾਂ ਨੂੰ ਜੋ ਹੈ ਚੁੱਲ੍ਹੇ ਚੌਂਕੇ ਦਾ ਕੰਮ ਆਉਂਦਾ ਹੋਣਾ ਚਾਹੀਦਾ ਹੈ। ਅਤੇ ਇਸ ਕਰਕੇ ਉਹਨਾਂ ਨੇ ਜਲਦੀ ਹੀ ਕੁੜੀਆਂ ਜੋ ਹਨ ਆਪਣੀਆਂ 5 ਵਿਆਹ ਛੱਡੀਆਂ। ਇਹਨਾਂ 5 ਕੁੜੀਆਂ ਦੇ ਬਾਰੇ ਕਿਸੇ ਕੋਈ ਜ਼ਿਆਦਾ ਡਿਟੇਲ ਵਿੱਚ ਇਹਦੇ ਵਿੱਚ ਗੱਲ ਨਹੀਂ ਕੀਤੀ ਗਈ ਕਹਾਣੀ ਵਿੱਚ। ਵੇਲਾ ਲੰਘਦਾ ਗਿਆ। ਹੁਣ ਦੇਖੋ ਜੋ ਅਸੀਂ ਕਹਾਣੀ ਵਹਿੰਗੀ ਪੜ੍ਹ ਰਹੇ ਹਾਂ, ਜਿਹਦੇ ਨਾਲ ਰਿਲੇਟਡ ਕਹਾਣੀ ਹੈ, ਇਹ 2 ਮੁੰਡਿਆਂ ਦੇ ਨਾਲ ਹੀ, 2 ਪੁੱਤਰਾਂ ਦੇ ਨਾਲ ਹੀ ਰਿਲੇਟਡ ਕਹਾਣੀ ਹੈ। ਇਸ ਕਰਕੇ ਹੁਣ ਅਸੀਂ ਅੱਗੇ ਡਿਟੇਲ ਪੜ੍ਹਾਂਗੇ ਕਿ ਕਿਸ ਤਰ੍ਹਾਂ ਜੋ ਦੋਨੋਂ ਪੁੱਤਰ ਹਨ ਉਹ ਸਰਵਣ ਪੁੱਤਰ ਨਹੀਂ ਬਣ ਸਕਦੇ ਅਤੇ ਕਿਸ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਵਹਿੰਗੀ ਉਹ ਦੋਨੋਂ ਨਹੀਂ ਚੱਕਦੇ। ਕਹਿੰਦਾ ਹੁਣ ਸਮਾਂ ਨਿਕਲਦਾ ਗਿਆ। ਵੱਡੇ ਕੀਰਤ ਨੇ, ਦੇਖੋ 2 ਪੁੱਤਰ ਸੀ, ਵੱਡੇ ਦਾ ਨਾਮ ਕੀਰਤ ਅਤੇ ਛੋਟੇ ਦਾ ਨਾਮ ਰਵੀ ਸੀ। ਧਿਆਨ ਰੱਖਣਾ, ਵੱਡਾ ਕੀਰਤ ਅਤੇ ਛੋਟਾ ਰਵੀ। ਵੱਡੇ ਕੀਰਤ ਨੇ ਜਦੋਂ BA ਪਾਸ ਕੀਤੀ ਤਾਂ ਉਹਦੀ ਕਮਰ ਥੋੜ੍ਹੀ ਸਿੱਧੀ ਹੋਈ। ਉਹਨਾਂ ਸੋਚਿਆ ਸੀ ਕਿ ਹੁਣ ਕੀਰਤ ਦੁਕਾਨ 'ਤੇ ਬੈਠੇਗਾ ਅਤੇ ਉਹਨਾਂ ਨੂੰ ਸਵੇਰੇ ਗੁਰਦੁਆਰੇ ਤੋਂ ਜਲਦੀ ਮੁੜਨ ਦੀ ਚਿੰਤਾ ਨਹੀਂ ਰਹੇਗੀ, ਕਿਉਂਕਿ ਜੋ ਦੇਸਰਾਜ ਸਿੰਘ ਦਾ ਰੂਟੀਨ ਉਹੀ ਸੀ ਕਿ ਸਵੇਰੇ ਸੱਤੇ ਉੱਠ ਕੇ ਇਸ਼ਨਾਨ ਕਰਕੇ ਉਹ ਗੁਰਦੁਆਰੇ ਜਾਂਦੇ ਸਨ ਅਤੇ ਗੁਰਦੁਆਰੇ ਤੋਂ ਫਿਰ ਉਹ ਸਿੱਧੇ ਦੁਕਾਨ 'ਤੇ ਜਾਂਦੇ ਸਨ। ਔਰ ਜਲਦੀ ਜਲਦੀ ਉਹਨਾਂ ਨੂੰ ਮੁੜਨ ਦੀ ਚਿੰਤਾ ਹੁੰਦੀ ਸੀ ਕਿ ਦੁਕਾਨ ਵੀ ਜਾ ਕੇ ਖੋਲ੍ਹਣੀ ਹੈ। ਅਤੇ ਹੁਣ ਜਦੋਂ ਕੀਰਤ ਨੇ BA ਪਾਸ ਕਰ ਲਈ ਸੀ ਤਾਂ ਦੇਸਰਾਜ ਸਿੰਘ ਦੇ ਮਨ ਵਿੱਚ ਇਹ ਸੀ ਕਿ ਹੁਣ ਥੋੜ੍ਹਾ ਜਿਹਾ ਸਾਨੂੰ ਰਿਲੈਕਸ ਮਿਲੇਗਾ, ਥੋੜ੍ਹਾ ਸਾਹ ਮਿਲ ਜਾਏਗਾ, ਕਿਉਂਕਿ ਜੋ ਹੈ ਕੀਰਤ ਹੁਣ ਦੁਕਾਨ 'ਤੇ ਬੈਠੇਗਾ। ਪਰ ਕਹਿੰਦਾ ਕੀਰਤ ਜੋ ਹੈ ਉਹ ਵਿਟਰ ਬੈਠਾ, ਭਾਵ ਕਿ ਉਸਨੇ ਹੁਣ ਦੁਕਾਨ ਬੈਠਣ ਤੋਂ ਮਨਾ ਕਰ ਦਿੱਤਾ ਕਿ ਉਹ ਦੁਕਾਨ 'ਤੇ ਨਹੀਂ ਬੈਠੇਗਾ। ਕੀ ਕਹਿ ਰਿਹਾ ਸੀ ਉਹ, ਕਿਉਂ ਨਹੀਂ ਬੈਠੇਗਾ? ਕਹਿੰਦਾ ਮੈਨੂੰ ਦੁਕਾਨ 'ਤੇ ਬੈਠ ਕੇ ਸ਼ਰਮ ਆਉਂਦੀ ਹੈ, ਕੋਈ ਫੈਸ਼ਨ ਵਾਲੀ ਦੁਕਾਨ ਹੋਵੇ ਤਾਂ ਸੂਟ ਬੂਟ ਪਾ ਕੇ ਮੈਂ ਬੈਠਾਂ। ਅਤੇ ਕੀਰਤ ਨੇ ਨੌਕਰੀ ਕਰ ਲਈ। ਮਤਲਬ ਕਿ ਜਦੋਂ ਹੁਣ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਜੋ ਕੀਰਤ ਹੈ ਉਹ ਇਸ ਕਰਿਆਨੇ ਦੀ ਦੁਕਾਨ 'ਤੇ ਨਹੀਂ ਬਹਿਣਾ ਚਾਹੁੰਦਾ ਸੀ, ਇਸ ਕਰਕੇ ਉਸਨੇ ਨੌਕਰੀ ਕਰ ਲਈ। ਬੜਾ ਕਲਪੇ ਸੀ ਮਾਸਟਰ ਜੀ, ਕੀਰਤ ਮੇਰੇ ਨੌਕਰ ਜਿੰਨੀ ਤਨਖਾਹ ਲੈਂਦਾ, ਕਿਹੜੀ ਮੱਲ ਮਾਰ ਲਿੱਤੀ। ਉਸ ਘਰ ਵਿੱਚ ਵੀ ਕਲੇਸ਼ ਪਿਆ। ਮਾਸੀ ਨੇ ਸਮਝਾਇਆ ਵੀ ਕਿ ਹੁਣ ਤੁਹਾਡਾ ਜ਼ਮਾਨਾ ਤਾਂ ਨਹੀਂ ਰਿਹਾ, ਮਾਂ ਪਿਓ ਜੋ ਚਾਹਿਆ ਬੱਚਿਆਂ ਤੋਂ ਜ਼ਬਰਦਸਤੀ ਕਰਵਾ ਲਿਆ, ਹੁਣ ਤਾਂ ਬੱਚੇ ਆਪਣੀ ਮਰਜ਼ੀ ਕਰਦੇ ਨੇ, ਸਾਨੂੰ ਕੀ, ਆਪੇ ਤੰਗ ਹੋ ਸੀ। ਮਤਲਬ ਕਿ ਜਦੋਂ ਕੀਰਤ ਨੇ ਨੌਕਰੀ ਕਰ ਲਈ ਤਾਂ ਦੇਸਰਾਜ ਜੋ ਹੈ ਬਹੁਤ ਉਸ ਨਾਲ ਨਾਰਾਜ਼ ਹੋਇਆ ਕਿ ਤੂੰ ਦੁਕਾਨ 'ਤੇ ਲੱਗੇ ਹੋਏ ਨੌਕਰ ਜਿੰਨੀ ਤਨਖਾਹ ਲੈਂਦਾ ਹੈ, ਕਿਹੜੀ ਕੋਈ ਵੱਡੀ ਮੱਲ ਮਾਰ ਲਈ ਹੈ। ਅਤੇ ਉਸ ਤੋਂ ਉਸਦੀ ਪਤਨੀ ਸਮਝਾਉਂਦੀ ਹੈ ਕਿ ਅੱਜ ਕੱਲ੍ਹ ਦੇ ਜੋ ਬੱਚੇ ਹਨ ਉਹ ਆਪਣੇ ਮਨ ਮਰਜ਼ੀ ਦੇ ਕੰਮ ਕਰਨਾ ਚਾਹੁੰਦੇ ਹਨ। ਸਾਡੇ ਵਾਲੇ ਜ਼ਮਾਨੇ ਨਹੀਂ ਰਹੇ ਕਿ ਜਦੋਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕੁਝ ਵੀ ਕਹਿ ਕੇ ਕੁਝ ਵੀ ਕਰਵਾ ਲੈਂਦੇ ਸਨ। ਅਤੇ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ, ਜੇਕਰ ਹੁਣ ਮਰਜ਼ੀ ਕਰ ਰਿਹਾ ਹੈ ਤਾਂ ਆਪੇ ਉਸ ਨੂੰ ਬਾਅਦ 'ਚ ਪਰੇਸ਼ਾਨ ਹੋਣਾ ਪਏਗਾ। ਹੁਣ ਦੇਖੋ ਨੌਕਰੀ ਕੀਰਤ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰ ਲਈ ਔਰ ਹੁਣ ਉਸ ਤੋਂ ਬਾਅਦ ਵਿਆਹ ਕੀਰਤ ਦਾ ਉਹਨਾਂ ਨੇ ਕਰ ਦਿੱਤਾ। ਕੀਰਤ ਦਾ ਵਿਆਹ ਅਤੇ ਮਾਸੀ ਨੱਚ ਨਹੀਂ ਸੀ ਥੱਕਦੀ। ਕੀਰਤ ਦੀ ਵਹੁਟੀ ਨੂੰ ਉਸ ਬਚਿਆ ਖੁਚਿਆ ਸਾਰਾ ਸੋਨਾ ਦੇ ਦਿੱਤਾ। ਉਸ ਦੀਆਂ ਖਾਤਰਾਂ ਕਰਦੇ ਦੋਵੇਂ ਥੱਕਦੇ ਨਹੀਂ ਸਨ। ਦੋਵੇਂ ਭਾਵ ਕਿ ਦੇਸਰਾਜ ਔਰ ਉਸਦੀ ਜੋ ਪਤਨੀ ਹੈ ਉਹ ਆਪਣੀ ਜੋ ਹੈ ਕੀਰਤ ਦੀ ਵਹੁਟੀ ਦੀ ਬਹੁਤ ਹੀ ਖਾਤਰ ਕਰਦੇ ਸਨ। ਉਹਨਾਂ ਨੂੰ ਉਸਨੂੰ ਬੜਾ ਪਿਆਰ ਕਰਦੇ ਸਨ। ਜਿੰਨਾ ਵੀ ਉਹਨਾਂ ਦਾ ਸੋਨਾ ਬਚਿਆ ਸੀ ਉਹ ਸਾਰਾ ਉਹਨਾਂ ਨੇ ਉਸ ਨੂੰ ਦੇ ਦਿੱਤਾ ਸੀ। ਨੂੰਹ ਰਾਣੀ ਨੇ ਸਾਲ ਵੀ ਨਹੀਂ ਸੀ ਕੱਟਿਆ ਕਿ ਵੱਖ ਹੋਣ ਲਈ ਮੁਹਾਰਨੀ ਰੱਟਣ ਲੱਗ ਪਈ। ਕਿ ਜਦੋਂ ਕਹਿੰਦੇ ਇੰਨੇ ਚਾਵਾਂ ਦੇ ਨਾਲ ਦੇਸਰਾਜ ਅਤੇ ਉਸਦੀ ਪਤਨੀ ਨੇ ਕੀਰਤ ਦਾ ਵਿਆਹ ਕੀਤਾ ਸੀ, ਉਹਦੇ ਇੰਨੇ ਚਾਅ ਕੀਤੇ ਸਨ, ਪਰ ਉਸਦੀ ਪਤਨੀ ਨੇ 1 ਸਾਲ ਵੀ ਉਹਨਾਂ ਦੇ ਨਾਲ ਨਹੀਂ ਨਿਭਾਇਆ
ਤੇ ਅਲੱਗ ਹੋਣ ਵਾਸਤੇ ਉਸਨੇ ਰਟਣਾ ਸ਼ੁਰੂ ਕਰ ਦਿੱਤਾ। ਮਾਸੀ ਰੋਈ ਕੁਰਲਾਈ, ਕਿਰਤ ਬਿਨਾਂ ਤਾਂ ਮੈਂ ਮਰ ਜਾਸਾਂ, ਕਿੰਨੀਆਂ ਸੁੱਖਣਾ ਤੇ ਮੰਨਤਾਂ ਨਾਲ ਲਿਆਏ ਮੈਂ ਇਸ ਨੂੰ, ਇੱਕ ਪਲ ਨਾ ਦਿਸੇ ਤਾਂ ਅੱਖੀਆਂ ਅੱਗੇ ਹਨੇਰਾ ਆਂਦਾ, ਹਾਏ ਕਿੰਨੇ ਜਫਰ ਜਾਲੇ ਮੈਂ, ਤੇ ਹੁਣ ਇਹ ਮੇਰਾ ਕੁਝ ਨਹੀਂ ਲੱਗਦਾ, ਹੁਣ ਮੈਂ ਪਰਾਈ ਹੋ ਗਈ ਹਾਂ, ਤੁਹਾਨੂੰ ਦੋਹਾਂ ਨੂੰ ਸਾਡੇ ਤੋਂ ਆਜ਼ਾਦੀ ਚਾਹੀਦੀ ਹੈ। ਜਦੋਂ ਮਤਲਬ ਦੇਸਰਾਏ ਦੀ ਪਤਨੀ ਨੂੰ ਪਤਾ ਚੱਲਦਾ ਹੈ ਕਿ ਜੋ ਇਹਨਾਂ ਦੀ ਨੂੰਹ ਹੈ ਉਹ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਤਾਂ ਉਸਨੂੰ ਬਹੁਤ ਹੀ ਧੱਕਾ ਲੱਗਦਾ ਹੈ ਅਤੇ ਉਹ ਬਹੁਤ ਹੀ ਦੁਖੀ ਹੁੰਦੀ ਹੈ ਅਤੇ ਉਹ ਆਪਣਾ ਸਾਰਾ ਯਾਦ ਕਰਦੀ ਹੈ ਕਿ ਜੇਕਰ ਮੈਂ ਕਿਰਤ ਤੋਂ ਬਿਨਾਂ ਮੈਂ ਨਹੀਂ ਰਹਿ ਸਕਦੀ, ਕਿਉਂਕਿ ਕਹਿੰਦੀ ਮੈਂ ਇੰਨੀਆਂ ਸੁੱਖਣਾ ਨਾਲ, ਇੰਨਾਂ ਮੰਨਤਾਂ ਨਾਲ ਇਸ ਨੂੰ ਲਿਆ, ਇਹਨੂੰ ਪਾਲਿਆ ਪਲੋਸਿਆ, ਇਹਨਾਂ ਮੈਨੂੰ ਇੱਕ ਪਲ ਨਹੀਂ ਦਿਖਦਾ ਤਾਂ ਮੇਰੇ ਅੱਖਾਂ ਅੱਗੇ ਹਨੇਰਾ ਆ ਜਾਂਦਾ ਸੀ। ਕਿੰਨੇ ਜਫਰ ਜਾਲੇ, ਮਤਲਬ ਕਿੰਨੇ ਮੈਂ ਦੁੱਖ ਝੱਲੇ ਇਸ ਵਾਸਤੇ, ਅਤੇ ਕੀ ਇਹ ਮੇਰਾ ਕੁਝ ਨਹੀਂ ਲੱਗਦਾ, ਮੈਂ ਹੁਣ ਇਹਨਾਂ ਵਾਸਤੇ ਬੇਗਾਨੀ ਹੋ ਗਈ ਹਾਂ ਅਤੇ ਇਹਨਾਂ ਦੋਨਾਂ ਨੂੰ ਹੁਣ ਸਾਡੇ ਤੋਂ ਆਜ਼ਾਦੀ ਚਾਹੀਦੀ ਹੈ। ਅਤੇ ਇਹ ਜੋ ਹੈ ਇਹ ਅੱਜ ਕੱਲ੍ਹ ਸਮੇਂ ਦੀ ਮਾਰ ਹੈ ਕਿ ਜੋ ਬੱਚੇ ਹਨ ਆਪਣੇ ਮਾਤਾ ਪਿਤਾ ਦੇ ਨਾਲ ਨਹੀਂ ਰਹਿਣਾ ਚਾਹੁੰਦੇ, ਉਹਨਾਂ ਤੋਂ ਆਜ਼ਾਦੀ ਭਾਲਦੇ ਹਨ। ਉਹ ਇਹ ਨਹੀਂ ਸੋਚਦੇ ਕਿ ਸਾਨੂੰ ਮਾਤਾ ਪਿਤਾ ਨੇ ਕਿਸ ਤਰ੍ਹਾਂ ਪਾਲਿਆ ਪਲੋਸਿਆ, ਕਿੰਨੇ ਦੁੱਖ ਸਹਿ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹਾਂ, ਅਤੇ ਬਾਅਦ ਦੇ ਵਿੱਚ ਸਾਨੂੰ ਉਹੀ ਜੋ ਹੈ ਮਾਤਾ ਪਿਤਾ ਮਾੜੇ ਲੱਗਣ ਲੱਗ ਪੈਂਦੇ ਹਨ। ਸਾਨੂੰ ਲੱਗਦਾ ਹੈ ਕਿ ਸਾਡੀ ਲਾਈਫ ਵਿੱਚ ਇਹ ਇੰਟਰਫੇਅਰ ਕਰ ਰਹੇ ਹਨ ਅਤੇ ਸਾਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਸ ਤਰ੍ਹਾਂ ਬਹੁਤ ਰੋਂਦੀ ਹੈ, ਕੁਰਲਾਉਂਦੀ ਹੈ, ਪਰ ਜੋ ਬੱਚੇ ਹਨ ਅੱਜ ਕੱਲ੍ਹ ਦੇ ਨਹੀਂ ਸੁਣਦੇ, ਉਹਨਾਂ ਨੂੰ ਆਪਣੀ ਮਾਂ ਦਾ ਰੋਣਾ ਕਿਤੇ ਵੀ ਦਿਖਾਈ ਨਹੀਂ ਦਿੱਤਾ, ਨਹੀਂ ਸੁਣਿਆ ਅਤੇ ਅਲੱਗ ਹੋ ਗਏ। ਕਹਿੰਦੇ ਕਿਰਤ ਦੇ ਕੰਨਾਂ ਦੇ ਪਰਦੇ ਤਾਂ ਮੋਟੇ ਹੋ ਗਏ ਸਨ। ਮਾਸੀ ਕੁਝ ਦਿਨ ਰੋ ਕੇ ਚੁੱਪ ਕਰ ਗਈ, 2 ਦਿਨ ਭੁੱਖੀ ਰਹਿ ਕੇ ਖਾਣ ਲੱਗ ਪਈ। ਮਤਲਬ ਕਿ ਹੁਣ ਕਿਰਤ ਨੂੰ ਆਪਣੀ ਮਾਤਾ ਦਾ ਰੋਣਾ ਕੁਰਲਾਉਣਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਉਸ ਨੂੰ ਬਸ ਆਪਣੀ ਪਤਨੀ ਦੀਆਂ ਗੱਲਾਂ ਹੀ ਸੁਣਾਈ ਦੇ ਰਹੀਆਂ ਸਨ, ਅਤੇ ਜਿਸ ਕਰਕੇ ਉਹ ਅਲੱਗ ਹੋ ਜਾਂਦਾ ਹੈ। ਅਤੇ ਮਾਸੀ ਵੀ ਕਹਿੰਦਾ ਕਿ ਜਿਸ ਤਰ੍ਹਾਂ ਹੈ ਜੋ ਟਰੈਂਡ ਚੱਲਿਆ ਹੈ ਕਿ ਥੋੜ੍ਹਾ ਦਿਨ ਉਹ ਰੋਈ ਕੁਰਲਾਈ, ਪਰ ਬਾਅਦ ਦੇ ਵਿੱਚ ਫਿਰ ਉਸਨੇ ਆਪਣੇ ਆਪ ਨੂੰ ਸਮਝਾ ਲਿਆ ਅਤੇ ਰੋ ਰੋ ਕੇ ਉਹ ਚੁੱਪ ਕਰ ਗਈ। ਕੁਝ ਦਿਨ ਉਸਨੇ ਰੋਟੀ ਨਹੀਂ ਖਾਧੀ ਅਤੇ ਬਾਅਦ ਵਿੱਚ ਉਸਨੇ ਜੀਣਾ ਸਿੱਖ ਲਿਆ ਅਤੇ ਰੋਟੀ ਖਾਣੀ ਵੀ ਉਸਨੇ ਸ਼ੁਰੂ ਕਰ ਦਿੱਤੀ। ਕਿ ਭਾਵ ਇਹ ਹੈ ਕਿ ਜੇਕਰ ਬੱਚੇ ਕਹਿੰਦਾ ਮਾਤਾ ਪਿਤਾ ਦੀ ਨਹੀਂ ਸੁਣਦੇ ਅਤੇ ਮਾਤਾ ਪਿਤਾ ਨੂੰ ਫਿਰ ਕਿਸੇ ਨਾ ਕਿਸੇ ਤਰੀਕੇ ਆਪਣਾ ਗੁਜ਼ਾਰਾ ਤਾਂ ਕਰਨਾ ਹੀ ਪੈਂਦਾ ਹੈ, ਆਪਣੇ ਮਨ ਨੂੰ ਸਮਝਾਉਣਾ ਪੈਂਦਾ ਹੈ ਕਿ ਚਲੋ ਕੋਈ ਗੱਲ ਨਹੀਂ, ਜਿਸ ਤਰ੍ਹਾਂ ਬੱਚਿਆਂ ਦਾ ਮਨ ਚਾਹੇ, ਬੱਚੇ ਖੁਸ਼ੀ ਸੁਖੀ ਰਹਿਣੇ ਚਾਹੀਦੇ ਹਨ। ਜਿੱਥੇ ਵੀ ਰਹਿਣ, ਮਾਤਾ ਪਿਤਾ ਤਾਂ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਹੀ ਮੰਗਦੇ ਹਨ। ਇਸ ਤਰ੍ਹਾਂ ਸੀ ਕੀਰਤ ਦੀ ਕਹਾਣੀ। ਅਤੇ ਜੋ ਛੋਟਾ ਪੁੱਤਰ ਰਵੀ ਹੈ ਉਸਨੇ ਵੀ ਕੁਝ ਇਸੇ ਤਰ੍ਹਾਂ ਦਾ ਹੀ ਉਹਨਾਂ ਦੇ ਨਾਲ ਕੀਤਾ, ਜੋ ਕਿ ਅਸੀਂ ਅਗਲੀ ਜਮਾਤ ਦੇ ਵਿੱਚ ਪੜ੍ਹਾਂਗੇ। ਅਤੇ ਹੁਣ ਤੱਕ ਦੇ ਲਈ ਇੰਨਾ ਹੀ, ਧੰਨਵਾਦ।